ਵਾਹਿਗੁਰੂ ਸਾਹਿਬ ਜੀ। ਡੰਡੋਤ ਬੰਦਨ ਅਨੇਕ ਵਾਰ, ਸਰਬ ਕਲਾ ਸਮਰਥ, ਡੋਲਨ ਤੇ ਰਾਖੋ ਪ੍ਰਭੂ। ਨਾਨਕ ਦੇ ਕਰ ਹੱਥ, ਡੋਲਨ ਤੇ ਰਾਖੋ ਪ੍ਰਭੂ। ਨਾਨਕ ਦੇ ਕਰ ਹੱਥ। ਸਤਿਨਾਮ। ਧੰਨ ਵਾਹਿਗੁਰੂ ਸਾਹਿਬ ਜੀ। ਆਸਾ ਬਾਪ ਦਿਲਾਸਾ ਮੇਰੋ ਕੀਨਹ, ਸੇਜ ਸੁਖਾਲੀ ਮੁਖ ਅੰਮ੍ਰਿਤ ਦੀਨਾ। ਤਿਸ ਬਾਪ ਕੋ ਕਿਉ ਮਨਹੁ ਵਿਸਾਰੀ, ਆਗੇ ਗਿਆ ਨਾ ਬਾਜੀ ਹਾਰੀ। ਮੋਈ ਮੇਰੀ ਮਾਈ ਹੋਂ ਖਰਾ ਸੁਖਾਲਾ, ਪਹਿਰੋ ਨਹੀਂ ਦਗਲੀ ਲਗੈ ਨਾ ਪਾਲਾ। ਰਹਾਉ ਬਲ ਤਿਸ ਬਾਪੈ ਜਿਨਹੁ ਜਾਇਆ, ਪੰਚਾ ਤੇ ਮੇਰਾ ਸੰਗ ਚੁਕਾਇਆ। ਪੰਚ ਮਾਰ ਪਾਵਾਂ ਤਲ ਦੀਨੇ, ਹਰਿ ਸਿਮਰਨ ਮੇਰਾ ਮਨ ਤਨ ਪੀਨੇ। ਪਿਤਾ ਹਮਾਰੂ ਵਡ ਗੋਸਾਈ, ਤਿਸ ਪਿਤਾ ਪਹਿ ਹੋਂ ਕਿਉ ਕਰ ਜਾਈ। ਸਤਿਗੁਰ ਮਿਲੇ ਤਾ ਮਾਰਗ ਦਿਖਾਇਆ, ਜਗਤ ਪਿਤਾ ਮੇਰੇ ਮਨ ਭਾਇਆ। ਹੋਂ ਪੂਤ ਤੇਰਾ ਤੂੰ ਬਾਪ ਮੇਰਾ, ਏਕੈ ਠਾਹਰ ਦੁਹਾਂ ਵਸੇਰਾ। ਕਹੋ ਕਬੀਰ ਜਨ ਏਕੋ ਬੂਝਿਆ, ਗੁਰ ਪ੍ਰਸਾਦ ਮੈਂ ਸਭ ਕਿਛ ਸੂਝਿਆ। ਕਹੋ ਕਬੀਰ ਜਨ ਏਕੋ ਬੂਝਿਆ, ਗੁਰ ਪ੍ਰਸਾਦ ਮੈਂ ਸਭ ਕਿਛ ਸੂਝਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਾਗਦੀ ਜੋਤ ਸ਼ਬਦ ਗੁਰੂ ਬਾਣੀ ਕੇ ਬੋਹਿਤ, ਧੰਨ ਧੰਨ
ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਪਾਕ ਹਜ਼ੂਰੀ ਵਿੱਚ ਜੁੜ ਬੈਠੇ ਸਤਸੰਗੀ ਜਨੋ, ਗੁਰੂ ਮਹਾਰਾਜ ਜੀ ਦੀ ਅਪਾਰ ਕਿਰਪਾ ਸਦਕਾ ਭਗਤਾਂ ਦੀ ਬਾਣੀ ਦੀ ਲੜੀਵਾਰ ਕਥਾ ਵਿਚਾਰਾਂ ਦੇ ਪ੍ਰਵਾਹ ਚੱਲ ਰਹੇ ਹਨ। ਸ਼੍ਰੋਮਣੀ ਭਗਤ ਕਬੀਰ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ ਅੰਮ੍ਰਿਤਮਈ ਬੋਲ, ਇਹ ਪਾਵਨ ਸ਼ਬਦ ਆਸਾ ਰਾਗ ਦੇ ਵਿੱਚ ਦਰਜ ਨੇ। ਪਾਵਨ ਅੰਕ 476 ਦੇ ਉੱਤੇ ਇਹ ਪਾਵਨ ਸ਼ਬਦ ਦਰਜ ਹੈ। ਆਸਾ ਰਾਗ ਦਾ ਭਗਤਾਂ ਦੀ ਬਾਣੀ ਦਾ ਇਹ ਤੀਜਾ ਸ਼ਬਦ ਹੈ। ਇਸ ਪਾਵਨ ਸ਼ਬਦ ਦੇ ਰਾਹੀਂ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਪ੍ਰਾਪਤੀ ਕਿਵੇਂ ਹੋਣੀ ਹੈ, ਉਸ ਦਾ ਵਰਣਨ ਕੀਤਾ ਹੈ। ਔਰ ਇਸ ਤਰ੍ਹਾਂ ਦੀ ਸਾਂਝ ਬਣਾਉਣੀ ਹੈ ਜਿਵੇਂ ਇੱਕ ਪਿਓ ਤੇ ਪੁੱਤਰ ਦੀ ਸਾਂਝ ਹੈ। ਪਿਓ ਨੂੰ ਪਿਓ ਕਹਿੰਦੇ ਹਾਂ, ਪਰ ਪੁੱਤਰ ਬਣ ਕੇ ਪਿਓ ਪਰਮਾਤਮਾ ਦਾ ਪਿਆਰ ਹਾਸਲ ਨਹੀਂ ਕਰਦੇ। ਕਿਵੇਂ ਹਾਸਲ ਕਰੀਏ, ਆਓ ਇਹ ਸ਼ਬਦ ਰਾਹੀਂ ਆਪਾਂ ਵਿਚਾਰਾਂਗੇ। ਮਨੋਬਿਰਤੀਆਂ ਇਕਾਗਰ ਕਰੋ, ਪ੍ਰੇਮ ਸਹਿਤ ਗੁਰ ਮੰਤਰ ਦੀ ਸਾਂਝ ਕਰੋ। ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ। ਫਿਰ ਕਰੋ ਕਿਰਪਾ ਸਤਿਨਾਮ ਸ੍ਰੀ ਵਾਹਿਗੁਰੂ। ਆਖਣ ਲਗੇ ਭਗਤ ਕਬੀਰ ਸਾਹਿਬ ਜੀ, ਕਹਿੰਦੇ ਮੋਈ ਮੇਰੀ ਮਾਈ ਹੂੰ ਖਰਾ ਸੁਖਾਲਾ। ਮੋਈ ਦਾ ਅਰਥ ਹੁੰਦਾ ਹੈ ਮਰ ਗਈ ਹੈ। ਮੇਰੀ ਮਾਈ ਦਾ ਅਰਥ ਹੈ ਇਹ ਮਾਇਆ ਰੂਪੀ ਜਿਹੜੀ ਮਾਂ ਹੈ, ਇਹ ਮੇਰੇ ਹਿਰਦੇ ਵਿੱਚੋਂ ਮਰ ਗਈ ਹੈ। ਆਓ ਕਿ ਮਾਇਆ ਦਾ ਦਬਾਅ ਮੇਰੇ ਤੋਂ ਹਟ ਗਿਆ ਹੈ। ਮੋਈ ਮੇਰੀ ਮਾਈ ਹੂੰ ਖਰਾ ਸੁਖਾਲਾ। ਹੋਣ ਦਾ ਅਰਥ ਹੈ ਮੈਂ, ਖਰਾ ਦਾ ਅਰਥ ਹੁੰਦਾ ਹੈ ਬਹੁਤ ਜ਼ਿਆਦਾ, ਸੁਖਾਲਾ ਦਾ ਅਰਥ ਹੈ ਸੁਖੀ ਹੋ ਗਿਆ। ਭਗਤ ਕਬੀਰ ਸਾਹਿਬ ਜੀ ਆਖ ਰਹੇ ਨੇ, ਕਹਿੰਦੇ ਮੇਰੇ ਅੰਦਰ ਜਿਹੜੀ ਇਹ ਮੇਰੀ ਮਾਇਆ ਰੂਪੀ ਮਾਂ ਸੀ ਨਾ, ਇਹ ਮਰ ਗਈ ਹੈ। ਕਿਉਂਕਿ ਮਾਇਆ ਰੂਪੀ ਇਹ ਮਤ ਜਾਂ ਮਾਂ, ਇਹ ਮੈਨੂੰ ਹਰ ਵੇਲੇ ਤੰਗ ਕਰਦੀ ਸੀ। ਮਾਇਆ ਦਾ ਪ੍ਰਭਾਵ ਹਰ ਵੇਲੇ ਮੈਨੂੰ ਸਤਾਉਂਦਾ ਰਹਿੰਦਾ ਸੀ। ਮਾਇਆ ਦੀ ਪਕੜ ਮੈਨੂੰ ਹਰ ਵੇਲੇ ਹੀ ਤੰਗ ਕਰਦੀ ਸੀ, ਦੁਖੀ ਕਰਦੀ ਸੀ। ਪਰ ਹੁਣ ਕਹਿੰਦੇ ਇਹ ਮਾਇਆ ਰੂਪੀ ਜਿਹੜੀ ਮਤ ਸੀ ਜਾਂ ਮਾਇਆ ਦਾ ਜਿਹੜਾ ਦਬਾਅ ਸੀ ਮੇਰੇ ਮਨ ਦੇ ਉੱਤੇ, ਇਹ ਹਟ ਗਿਆ ਹੈ। ਹੂੰ ਖਰਾ ਸੁਖਾਲਾ, ਮੈਂ ਬਹੁਤ ਸੁਖੀ ਹੋ ਗਿਆ ਹਾਂ, ਬਹੁਤ ਜ਼ਿਆਦਾ ਸੁਖੀ ਹੋ ਗਿਆ। ਇਸ ਦਾ ਅਰਥ ਇਹ ਹੋਇਆ, ਸੁਖੀ ਉਦੋਂ ਹੀ ਹੋਵਾਂਗੇ ਜਿਸ ਦਿਨਾਂ ਇਸ ਮਾਇਆ ਦਾ ਪ੍ਰਭਾਵ ਜੀਵਨ 'ਚੋਂ ਪਾਸੇ ਹੋਏਗਾ। ਮਾਇਆ ਦੇ ਰਸ ਘਟਣਗੇ। ਯਾਦ ਰੱਖਣਾ, ਅੰਦਰ ਪਰਮਾਤਮਾ ਵੀ ਹੈ ਔਰ ਇਹ ਮਾਇਆ ਵੀ ਹੈ। ਮਾਇਆ ਦਾ ਰਸ ਵਧਾ ਤੇ ਦੁੱਖ ਵਧਣਗੇ, ਪਰਮਾਤਮਾ ਦੇ ਨਾਮ ਦਾ ਰਸ ਵਧਾ ਤੇ ਸੁਖ ਵਧਣਗੇ। ਇਹ ਅਸੀਂ ਨਿਰਣਾ ਕਰਨਾ ਜੀਵਨ 'ਚ ਵੀ ਕਿਹੜੀ ਚੀਜ਼ ਹੈ, ਜਿਸ ਚੀਜ਼ ਦੇ ਪਿੱਛੇ ਤੁਰਿਆ ਸੁਖ ਮਿਲਣਾ, ਉਹ ਹੈ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ। ਕੋਈ ਵੀ ਖਰਾ ਸੁਖਾਲਾ ਤਾਂ ਹੀ ਹੋ ਸਕਦਾ ਜੇ ਨਾਮ ਨਾਲ ਜੁੜੇ, ਨਾਮ ਨੂੰ ਆਪਣੇ ਜੀਵਨ ਦਾ ਆਧਾਰ ਬਣਾਵੇ।
ਅਸੀਂ ਜੀਵਨ ਦਾ ਆਧਾਰ ਇਸ ਮਾਇਆ ਨੂੰ ਬਣਾਇਆ ਹੈ। ਅਤੇ ਇਹ ਵੀ ਚੰਗੀ ਤਰ੍ਹਾਂ ਸਾਨੂੰ ਸਮਝ ਲੈਣਾ ਚਾਹੀਦਾ ਗੁਰਬਾਣੀ ਵਿੱਚੋਂ, ਕਿਉਂਕਿ ਜਦੋਂ ਮਾਇਆ ਦੀ ਗੱਲ ਚੱਲਦੀ ਹੈ ਤਾਂ ਸਾਡਾ ਧਿਆਨ ਉਸ ਵੇਲੇ ਗਿਣਤੀਆਂ ਵੱਲ ਜਾਂਦਾ ਹੈ, ਨੋਟਾਂ ਵੱਲ ਜਾਂਦਾ ਹੈ। ਇਹ ਸ਼ਾਇਦ ਨੋਟਾਂ ਦੀ ਗੱਲ ਚੱਲ ਰਹੀ ਹੈ। ਉਸ ਵੇਲੇ ਧਿਆਨ ਇੱਕਦਮ ਸਾਡਾ ਉਸ ਪਾਸੇ ਜਾਂਦਾ ਹੈ। ਪਰ ਮਾਇਆ ਦੇ ਬਾਬਤ ਗੁਰਬਾਣੀ ਕਹਿੰਦੀ ਹੈ ਕਿ ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ। ਇਹ ਸਭ ਕੁਛ ਮਾਇਆ ਹੈ, ਜਿਸ ਦੇ ਨਾਲ ਜੁੜਿਆ ਉਹ ਅਕਾਲ ਪੁਰਖ ਵਾਹਿਗੁਰੂ ਭੁੱਲ ਜਾਂਦਾ ਹੈ। ਉਹ ਘਰ ਵੀ ਹੋ ਸਕਦਾ ਹੈ, ਦੁਕਾਨ ਵੀ ਹੋ ਸਕਦੀ ਹੈ, ਕਾਰੋਬਾਰ ਵੀ ਹੋ ਸਕਦੇ ਨੇ, ਪਰਿਵਾਰ ਵੀ ਹੋ ਸਕਦਾ ਹੈ, ਪਦਾਰਥ ਵੀ ਹੋ ਸਕਦੇ ਨੇ, ਸੰਸਾਰ ਦੇ ਵੱਖ ਵੱਖ ਜਿਤਨੇ ਵੀ ਰੰਗ ਨੇ ਉਹਨਾਂ ਵਿੱਚੋਂ ਕੋਈ ਵੀ ਹੋ ਸਕਦਾ। ਉਹਨਾਂ ਰੰਗਤ ਵਿੱਚ ਪੈ ਕੇ ਉਹ ਅਕਾਲ ਪੁਰਖ ਵਾਹਿਗੁਰੂ ਭੁੱਲ ਜਾਂਦਾ ਹੈ। ਅਤੇ ਉਹ ਸਭ ਕੁਛ ਮਾਇਆ, ਅਤੇ ਜਦੋਂ ਮਾਇਆ ਨਾਲ ਜੁੜਦੇ ਹਾਂ, ਮਾਇਆ ਦਾ ਪ੍ਰਭਾਵ ਪੈਂਦਾ ਹੈ, ਤਾਂ ਉਸ ਵੇਲੇ ਅਸੀਂ ਬਹੁਤ ਜ਼ਿਆਦਾ ਦੁਖੀ ਹੁੰਦੇ ਹਾਂ। ਕਿਉਂਕਿ ਮਾਇਆ ਦਾ ਪ੍ਰਭਾਵ ਇਸ ਤਰ੍ਹਾਂ ਦਾ ਹੈ। ਵੈਸੇ ਤਾਂ ਹਰਗੋਬਿੰਦ ਪਾਤਸ਼ਾਹ ਨੇ 3 ਗੱਲਾਂ ਆਖੀਆਂ ਸਨ ਸਿੱਖ ਨੂੰ ਸੁਖਾਲੀ ਜ਼ਿੰਦਗੀ ਜੀਣ ਵਾਸਤੇ। ਖਾਣ ਨੂੰ ਥੁੜੇ ਨਾ, ਭੁੱਖਾ ਕੋਈ ਮੁੜੇ ਨਾ, ਪੈਸਾ ਕਦੇ ਜੁੜੇ ਨਾ। ਵੀ ਜੇ ਸੁਖੀ ਰਹਿਣਾ ਹੈ ਤਾਂ ਤੇਰੇ ਜੀਵਨ ਵਾਸਤੇ 3 ਚੀਜ਼ਾਂ ਚਾਹੀਦੀਆਂ ਕਿ ਖਾਣ ਨੂੰ ਥੁੜੇ ਨਾ, ਔਕੀ ਇਤਨੀ ਕਿਰਤ ਕਰੀ ਕਿ ਖਾਣ ਵਾਸਤੇ ਕਦੀ ਘਾਟਾ ਨਾ ਪਵੇ। ਇਤਨਾ ਵੀ ਤੇਰੇ ਕੋਲ ਹੋਣਾ ਚਾਹੀਦਾ ਕਿ ਭੁੱਖਾ ਕੋਈ ਮੁੜੇ ਨਾ, ਕੋਈ ਲੋੜਵੰਦ ਜ਼ਰੂਰਤਮੰਦ ਤੇਰੇ ਦਰ 'ਤੇ ਆ ਜਾਏ, ਉਹ ਭੁੱਖਾ ਨਹੀਂ ਜਾਣਾ ਚਾਹੀਦਾ। ਪੈਸੇ ਤੋਂ ਬਗੈਰ ਤੇ ਨਹੀਂ ਜਾਏਗਾ। ਪੈਸਾ ਹੋਏਗਾ ਤਾਂ ਹੀ ਕਿਸ ਨੂੰ ਖਿਲਾਵਾਂਗੇ। ਇਤਨੀ ਮਾਇਆ ਵੀ ਚਾਹੀਦੀ ਹੈ। ਫਿਰ ਜਦੋਂ ਮਹਾਰਾਜ ਨੇ ਕਿਹਾ ਕਿ ਮਾਇਆ ਜਿਹੜੀ ਹੈ ਖਾਣ ਨੂੰ ਥੁੜੇ ਨਾ, ਭੁੱਖਾ ਕੋਈ ਮੁੜੇ ਨਾ, ਪੈਸਾ ਕਦੇ ਜੁੜੇ ਨਾ। ਕਿਉਂਕਿ ਜਦੋਂ ਬਹੁਤਾ ਪੈਸਾ ਜੁੜਨਾ ਸ਼ੁਰੂ ਹੋ ਜਾਂਦਾ, ਇਸ ਵੇਲੇ ਮਨੁੱਖ ਦਾ ਜਿਹੜਾ ਇਹ ਮਨ ਹੈ ਉਸਦੇ ਅੰਦਰ ਐਸੇ ਖੁਰ ਨੇ, ਐਸੇ ਖਿਆਲ ਫੁਰਦੇ ਨੇ ਕਿ ਇਹ ਫਿਰ ਉਹਨਾਂ ਫੁਰਨਿਆਂ ਦੇ ਪਿੱਛੇ ਦੌੜਨਾ ਸ਼ੁਰੂ ਕਰ ਦਿੰਦਾ ਹੈ। ਮਾਇਆ ਫਿਰ ਇਸ ਦੇ ਕੋਲੋਂ ਐਸੇ ਐਸੇ ਕਰਮ ਕਰਾ ਦਿੰਦੀ ਜੋ ਕਦੇ ਇਸਨੇ ਸੋਚੇ ਵੀ ਨਹੀਂ ਹੁੰਦੇ। ਜੋ ਧਨ ਜ਼ਿਆਦਾ ਵੱਧ ਜਾਂਦਾ ਹੈ ਨਾ, ਕਦੀ ਮਨੁੱਖ ਨੇ ਸੋਚਿਆ ਨਹੀਂ ਹੁੰਦਾ, ਜਿਹੜਾ ਕਿ ਕਦੀ ਵਕਾਲਤ ਕਰਦਾ ਹੁੰਦਾ ਸੀ ਮੈਂ ਇਹ ਕੰਮ ਕਦੀ ਕਰ ਹੀ ਨਹੀਂ ਸਕਦਾ। ਪਰ ਜਦੋਂ ਮਾਇਆ ਵੱਧਦੀ ਹੈ ਨਾ, ਮਾਇਆ ਦਾ ਪ੍ਰਭਾਵ ਵੱਧਦਾ, ਉਹ ਕੰਮ ਮਨੁੱਖ ਕਰਨ ਲੱਗ ਪੈਂਦਾ ਜੋ ਕਦੀ ਉਸਨੇ ਸੋਚਿਆ ਵੀ ਨਹੀਂ ਹੁੰਦਾ। ਇਸ ਕਰਕੇ ਥੋੜ੍ਹਾ ਧਿਆਨ ਦਿਓ, ਗੱਲ ਨੂੰ ਪਕੜਨ ਦਾ ਯਤਨ ਕਰੋ। ਇਸ ਕਰਕੇ ਗੁਰੂ ਸਾਹਿਬ ਨੇ ਕਿਹਾ ਸੰਸਾਰ ਦੀ ਹਰ ਇੱਕ ਚੀਜ਼, ਜਿਹੜੀ ਵੀ ਚੀਜ਼ ਹੈ ਤੇਰੇ ਉੱਤੇ ਪ੍ਰਭਾਵ ਪਾ ਰਹੀ ਹੈ, ਉਹ ਸਭ ਕੁਛ ਮਾਇਆ ਹੈ। ਮਾਇਆ ਗੁਜ਼ਰਾਉਣ ਵਾਸਤੇ ਚਾਹੀਦੀ ਹੈ, ਲੋੜਵੰਦ ਨੂੰ ਦੇਣ ਵਾਸਤੇ ਚਾਹੀਦੀ ਹੈ। ਪਰ ਯਾਦ ਰੱਖਿਓ, ਮਾਇਆ ਜਦ ਬਹੁਤੀ ਇਕੱਠੀ ਹੋ ਜਾਂਦੀ ਹੈ ਫਿਰ ਉਹ ਸਾਡੇ ਜੀਵਨ ਦੇ ਅੰਦਰ ਬਹੁਤ ਸਾਰੀ ਤਬਦੀਲੀ ਲੈ ਕੇ ਆਉਂਦੀ ਹੈ। ਇਸ ਕਰਕੇ ਮਹਾਰਾਜ ਨੇ ਕਿਹਾ ਕਿ ਮਾਇਆ ਬਹੁਤੀ ਇਕੱਠੀ ਨਾ ਹੋਵੇ। ਕਿਉਂ? ਕਿਉਂਕਿ ਜੀਵਨ ਤਬਦੀਲ ਨਾ ਹੋ ਜਾਏ, ਸਾਡਾ ਮਨ ਇਸ ਮਾਇਆ ਦੇ ਵਿੱਚ ਖਚਿਤ ਨਾ ਹੋ ਜਾਏ। ਅਸੀਂ ਦੇਖਦੇ ਕਿ ਧਨ ਕਰਕੇ ਮਨੁੱਖ ਸੰਸਾਰ ਦੇ ਵਿੱਚ ਹੋਰ ਸਾਰੇ ਕੰਮ ਕਰਨ ਲੱਗ ਪੈਂਦਾ ਹੈ। ਮਨ ਕਰਕੇ ਵੀ ਮਾੜਾ ਹੋ ਜਾਂਦਾ ਹੈ, ਅੱਖਾਂ ਵੀ ਮਾੜਾ ਤੱਕਣ ਲੱਗ ਪੈਂਦੀਆਂ, ਕੰਨ ਵੀ ਮਾੜਾ ਸੁਣਨ ਲੱਗ ਪੈਂਦੇ ਨੇ, ਜੀਵਾ ਦੇ ਸਵਾਦ ਵੀ ਉਹ ਬਣ ਜਾਂਦੇ ਨੇ ਜਿਹੜੇ ਕਿ ਅਤ ਦੇ ਦੁਖਦਾਈ ਹੁੰਦੇ ਹਨ। ਇਸ ਕਰਕੇ ਗੁਰਬਾਣੀ ਕਹਿੰਦੀ ਹੈ ਕਿ ਇਹ ਜਿਹੜੀ ਮਾਇਆ ਹੈ, ਇਹ ਮਾਇਆ ਦਾ ਪ੍ਰਭਾਵ ਹੁਣ ਮੇਰੇ ਜੀਵਨ 'ਚੋਂ ਪਾਸੇ ਹੋ ਗਿਆ। ਇਸ ਤਰ੍ਹਾਂ ਕਹਿ ਲਵਾਂ, ਹੋਰ ਗੱਲ ਪਕੜ ਵਿੱਚ ਆ ਜਾਏਗੀ। ਅਸੀਂ ਜਦੋਂ ਆਲੇ ਦੁਆਲੇ ਵੇਖਦੇ ਹਾਂ ਤੇ ਸਾਡੇ ਦੁੱਖ ਦਾ ਕਾਰਨ ਹੀ ਇਹ ਹੈ ਕਿ ਜੋ ਮੇਰੇ ਕੋਲ ਹੈ ਉਸ ਵੱਲ ਮੇਰਾ ਆਪਣਾ ਧਿਆਨ ਨਹੀਂ ਹੈ, ਪਰ ਜੋ ਮੇਰੇ ਗੁਆਂਢੀ ਕੋਲ ਉਸ ਵੱਲ ਮੇਰਾ ਧਿਆਨ ਹੈ। ਜੋ ਮੇਰੇ ਕੋਲ ਹੈ ਉਸਦਾ ਧੰਨਵਾਦ ਵੀ ਕੋਈ ਨਹੀਂ, ਸ਼ੁਕਰਾਨਾ ਵੀ ਕੋਈ ਨਹੀਂ। ਜੋ ਮੇਰੇ ਕੋਲ ਨਹੀਂ ਹੈ ਉਸਦੇ ਵਾਸਤੇ ਮੈਂ ਦੁਖੀ ਹੁੰਦਾ, ਅਤ ਦਾ ਪਰੇਸ਼ਾਨ ਹੋ ਜਾਂਦਾ। ਪਰ ਜਦੋਂ ਇਹ ਵਿਚਾਰ ਹੀ ਖਤਮ ਹੋ ਗਈ ਵੀ ਮੇਰੇ ਕੋਲ ਜੋ ਹੈ, ਮੈਂ ਤਾਂ ਇਸ ਜੋਗਾ ਵੀ ਨਹੀਂ ਸੀ
ਤੇ ਮੇਰੇ ਪ੍ਰਭੂ ਨੇ, ਮੇਰੇ ਗੁਰੂ ਨੇ ਕਿਰਪਾ ਕੀਤੀ, ਉਸ ਵੇਲੇ ਬੰਦਾ ਸੁਖੀ ਹੋ ਸਕਦਾ ਹੈ। ਉਸ ਵੇਲੇ ਕਹਿ ਸਕਦਾ ਹੈ, ਤੇਰਾ ਕੀਤਾ ਜਾਤੋ ਨਾਹੀ, ਮੈਨੂੰ ਜੋਗ ਕਿਤੋਈ, ਮੈਂ ਨਿਰਗੁਣ ਯਾਰੇ, ਕੋ ਗੁਣ ਨਾਹੀ ਆਪੇ ਤਰਸ ਪਏ। ਮੈਂ ਨਿਰਗੁਣ ਯਾਰ ਸਾਂ, ਮੇਰੇ ਅੰਦਰ ਕੋਈ ਗੁਣ ਨਹੀਂ ਸੀ, ਤੈਨੂੰ ਤਰਸ ਆ ਗਿਆ। ਜਿਤਨਾ ਇਹ ਵਿਚਾਰ ਬਣੇਗੀ, ਦੇਖੋ ਦੋ ਚੀਜ਼ਾਂ ਨੇ ਜੀਵਨ 'ਚ, ਇੱਕ ਹੈ ਸ਼ੁਕਰ, ਇੱਕ ਹੈ ਸਿਕਵਾ। ਸ਼ੁਕਰ ਕਰਨਾ ਉਸਦਾ ਜੋ ਸਾਡੇ ਕੋਲ ਹੈ, ਤੇ ਸ਼ਿਕਵਾ ਅਸੀਂ ਕਰਦੇ ਹਾਂ ਉਸਦਾ ਜੋ ਸਾਡੇ ਕੋਲ ਨਹੀਂ ਹੁੰਦਾ। ਸ਼ੁਕਰ ਜਿਹੜਾ ਉਹ ਸਾਨੂੰ ਸੁੱਖ ਦਿੰਦਾ ਹੈ, ਤੇ ਸ਼ਿਕਵਾ ਸਾਨੂੰ ਦੁੱਖ ਦਿੰਦਾ ਹੈ। ਹੁਣ ਚੁਣਨਾ ਅਸੀਂ ਹੈ ਕਿ ਸ਼ੁਕਰ ਵਿੱਚ ਰਹੀਏ ਜਾਂ ਸਿਕਵਿਆਂ ਦੇ ਵਿੱਚ ਰਹੀਏ। ਇਹ ਤਾਂ ਅਸੀਂ ਚੁਣਾਂਗੇ ਨਾ। ਗੁਰੂ ਸਾਹਿਬ ਨੇ ਤੇ ਦੱਸ ਦਿੱਤਾ ਕਿ 10 ਵਸਤੂ ਲੈ ਪਾਛੈ ਪਾਵੈ, ਏਕ ਵਸਤ ਕਾਰਨ ਵਿਖੋਟ ਗਵਾਵੈ, ਏਕ ਪੀ ਨਾ ਦੇ 10 ਪੀ ਹਿਰਲੇ, ਤੋਂ ਮੂੜਾ ਕਹੋ ਕਹਾਂ ਕਰੇ। ਮੰਨ ਲਓ ਕਿ ਜੋ ਕੁਝ ਦਿੱਤਾ ਹੈ ਉਹਦਾ ਸ਼ੁਕਰਾਨਾ ਕੋਈ ਨਹੀਂ, ਤੇ ਜੋ ਮੰਗ ਰਹੇ ਹਾਂ, ਜਿਹਦਾ ਸ਼ਿਕਵਾ ਕਰ ਰਹੇ ਹਾਂ, ਗਿੱਲਾ ਕਰ ਰਹੇ ਰੱਬ ਨੂੰ, ਜੇ ਉਹ ਵੀ ਨਾ ਦੇਵੇ, ਜੋ ਦਿੱਤਾ ਉਹ ਵੀ ਖੋ ਲਵੇ, ਹੈ ਸਾਡਾ ਕੋਈ ਜ਼ੋਰ ਉੱਥੇ? ਦੁੱਖ ਤੋਂ ਸਿਵਾ ਸਾਡੇ ਕੋਲ ਕੁਛ ਨਹੀਂ ਹੈ। ਇਸ ਕਰਕੇ ਜੋ ਕੁਛ ਮਿਲਿਆ ਉਹਦਾ ਸ਼ੁਕਰਾਨਾ ਕਰਦੇ ਰਹੀਏ। ਸੱਚੇ ਪਾਤਸ਼ਾਹ, ਮੇਰੀ ਇਤਨੀ ਵੀ ਹਸਤੀ ਨਹੀਂ ਸੀ, ਇਹ ਤੂੰ ਮੈਨੂੰ ਦੇ ਦਿੱਤਾ ਹੈ। ਤੇ ਇਹ ਸ਼ੁਕਰਾਨੇ ਵਿੱਚ ਆਵਾਂਗੇ ਨਾ, ਫਿਰ ਇਹ ਮਾਇਆ ਦਾ ਜਿਹੜਾ ਪ੍ਰਭਾਵ ਆਲੇ ਦੁਆਲੇ ਅਸੀਂ ਵੇਖਦੇ ਹਾਂ, ਸੰਸਾਰ ਦਾ ਰੂਪ ਰੰਗ ਸੁਹੱਪਣ, ਮਨੁੱਖ ਦੀ ਸਭ ਤੋਂ ਵੱਡੀ ਘਾਟ ਹੀ ਇਹ ਹੈ ਕਿ ਜੋ ਕੁਛ ਆਪਣੇ ਕੋਲ ਹੈ ਉਹਦੇ ਵਿੱਚ ਸਬਰ ਨਹੀਂ ਬੰਦੇ ਨੂੰ। ਇਹ ਕਹਿੰਦਾ ਠੀਕ ਨਹੀਂ ਹੈ, ਪਰਿਵਾਰ ਮੇਰਾ ਠੀਕ ਨਹੀਂ, ਘਰ ਮੇਰਾ ਠੀਕ ਨਹੀਂ, ਗੱਡੀ ਮੇਰੀ ਠੀਕ ਨਹੀਂ, ਬੱਚੇ ਮੇਰੇ ਠੀਕ ਨਹੀਂ। ਇਹਨੂੰ ਦੂਜੇ ਦੇ ਬੱਚੇ ਚੰਗੇ ਲੱਗਦੇ, ਦੂਜੇ ਦਾ ਪਰਿਵਾਰ ਚੰਗਾ ਲੱਗਦਾ, ਦੂਜੇ ਦੇ ਘਰ ਵਿੱਚ ਬੜੀ ਖੁਸ਼ਹਾਲੀ ਲੱਗਦੀ ਹੈ, ਆਪਣੇ ਘਰ ਵਿੱਚ ਨਹੀਂ। ਜਿਸ ਕਿਸੇ ਬੰਦੇ ਨੂੰ ਪੁੱਛ ਕੇ ਵੇਖ ਲਓ ਜਾ ਕੇ, ਦੂਜਾ ਸੁਖੀ ਨਜ਼ਰ ਆ ਰਿਹਾ ਹੈ, ਸੁਖੀ ਪ੍ਰਤੀਤ ਹੋ ਰਿਹਾ ਹੈ। ਇਸ ਕਰਕੇ ਗੁਰੂ ਸਾਹਿਬ ਜੀ ਨੇ ਆਖਿਆ ਕਿ ਮੇਰੇ ਮਾਲਕ ਨੇ ਕਿਰਪਾ ਕੀਤੀ ਵੀ ਇਹ ਜਿਹੜੀ ਮਤ ਸੀ ਨਾ, ਜਿਹੜੀ ਇਹ ਮਾਇਆ ਦਾ ਪ੍ਰਭਾਵ ਸੀ, ਸੰਸਾਰ ਦੀਆਂ ਚੀਜ਼ਾਂ ਜਿਹੜੀਆਂ ਮੈਨੂੰ ਚੰਗੀਆਂ ਲੱਗਦੀਆਂ ਸਨ, ਇਹ ਹੁਣ ਚੰਗੀਆਂ ਨਹੀਂ ਲੱਗਦੀਆਂ। ਇਹ ਮਾਇਆ ਜਿਹੜੀ ਸੀ ਨਾ, ਜੋ ਪ੍ਰਭਾਵ ਪਾ ਰਹੀ ਸੀ, ਇਹ ਮਾਇਆ ਦਾ ਦਬਾਅ ਮੇਰੇ ਤੋਂ ਹਟ ਗਿਆ। ਅਸੀਂ ਦੱਬੇ ਹੋਏ ਹਾਂ ਇਸ ਪ੍ਰਭਾਵ ਥੱਲੇ। ਕਿਤਨਾ ਕੁਛ ਹੁੰਦਾ ਤਾਂ ਅਸੀਂ ਸੁਖੀ ਹੋ ਜਾਂਦੇ। ਆਪਾਂ ਦੱਬੇ ਹੋਏ ਹਾਂ ਇਸ ਪ੍ਰਭਾਵ ਥੱਲੇ ਕਿ ਜੇ ਕਰੋੜਾਂ ਰੁਪਏ ਸਾਡੇ ਕੋਲ ਹੋਣ, ਸਾਡਾ ਤਾਂ ਆਨੰਦ ਆ ਜਾਣਾ, ਫਿਰ ਗੱਲ ਬਣਨੀ ਹੈ। ਜਿਤਨਾ ਹੈ ਉਸ ਦੇ ਵਿੱਚ ਅਸੀਂ ਖੁਸ਼ ਨਹੀਂ ਹਾਂ, ਪ੍ਰਸੰਨ ਨਹੀਂ ਹਾਂ। ਔਰ ਇੱਕ ਮੈਂ ਬੇਨਤੀ ਕਰਾਂ, ਜੋ ਸੋਚ ਰਹੇ ਉਹ ਮਿਲੇ ਨਾ ਮਿਲੇ, ਇਹ ਜ਼ਰੂਰੀ ਨਹੀਂ ਹੈ। ਐਵੇਂ ਦੁਖੀ ਹੋਈ ਜਾਈਏ, ਉਸਦਾ ਕੋਈ ਲਾਭ ਵੀ ਨਹੀਂ ਹੈ। ਜੋ ਹੈ ਉਸਦੇ ਵਿੱਚ ਹੀ ਆਨੰਦ ਵਿੱਚ ਰਹੀਏ, ਜੋ ਮਿਲਿਆ ਉਹਦਾ ਹੀ ਧੰਨਵਾਦ ਕਰਦੇ ਰਹੀਏ। ਜੋ ਸੋਚ ਰਹੇ ਹਾਂ ਜ਼ਰੂਰੀ ਨਹੀਂ ਕਿ ਜ਼ਿੰਦਗੀ 'ਚ ਮਿਲ ਜਾਏਗਾ, ਕਿਉਂਕਿ ਹੋ ਸਕਦਾ ਜੋ ਅੱਜ ਸੋਚਿਆ ਉਹ ਸਾਲ 2 ਸਾਲ 10 ਸਾਲ ਬਾਅਦ ਮਿਲ ਜਾਏ, ਪਰ 10 ਸਾਲ ਬਾਅਦ ਉਹ ਮਿਲਣ ਤੋਂ ਬਾਅਦ ਸੋਚ ਉਹ ਨਹੀਂ ਰਹੇਗੀ ਜੋ ਅੱਜ ਹੈ। ਫਿਰ 10 ਸਾਲ ਬਾਅਦ ਫਿਰ ਚੇਂਜ ਹੋ ਜਾਏਗੀ। ਇਤਨਾ ਨਹੀਂ, ਇਹਦੇ 'ਚ ਕੁਛ ਨਹੀਂ ਬਣਿਆ। 5 ਕਰੋੜ 10 ਕਰੋੜ 20 ਕਰੋੜ ਨਹੀਂ, ਇਤਨਾ ਚਾਹੀਦਾ। ਬੰਦੇ ਦੀ ਤ੍ਰਿਪਤੀ ਨਹੀਂ ਹੁੰਦੀ, ਬੰਦੇ ਦੇ ਅੰਦਰ ਰਜ਼ੇਵਾਂ ਪੈਦਾ ਨਹੀਂ ਹੁੰਦਾ। ਇਸ ਕਰਕੇ ਗੁਰਮਤਿ ਕਹਿ ਰਹੀ ਹੈ, ਗੁਰੂ ਸਾਹਿਬ ਕਹਿੰਦੇ ਇੱਕ ਦਬਾਅ ਸੀ ਮੇਰੇ ਉੱਤੇ, ਮਰ ਕਹਿੰਦੇ ਮੇਰਾ ਦਬਾਅ ਦੂਰ ਹੋ ਗਿਆ ਤੇ ਹੂੰ ਖਰਾ ਸੁਖਾਲਾ, ਮੈਂ ਬਹੁਤ ਸੁਖੀ ਹੋ ਗਿਆ। ਇਸਦਾ ਅਰਥ ਹੈ ਸੁਖੀ ਹੋਣ ਵਾਸਤੇ ਬਹੁਤੇ ਧਨ ਦੀ ਲੋੜ ਨਹੀਂ। ਜ਼ਰੂਰਤ ਜੋਗਾ ਧਨ ਹੋਵੇ, ਖਰਚੇ ਜੋਗਾ ਧਨ ਹੋਵੇ, ਖਾਣ ਵਾਸਤੇ ਰੋਟੀ, ਪੈਣ ਵਾਸਤੇ ਕੱਪੜਾ, ਮਕਾਨ ਹੋਵੇ, ਤੇ ਬਹੁਤੇ ਧਨ ਦੀ ਲੋੜ ਨਹੀਂ ਸੁਖੀ ਜ਼ਿੰਦਗੀ ਲੈਣ ਵਾਸਤੇ। ਖਿਆਲ ਇਹੀ ਹੁੰਦਾ ਸਾਡਾ ਵੀ ਸ਼ਾਇਦ ਅਰਬੋਂ ਖਰਬੋਂ ਹੋਣਗੇ ਤਾਂ ਅਸੀਂ ਸੁਖੀ ਹੋਵਾਂਗੇ, ਪਰ ਨਹੀਂ। ਕਿਉਂਕਿ ਇੱਥੇ ਤਾਂ ਅਸੀਂ ਵੇਖਦੇ ਹਾਂ ਕਿ ਅਰਬੋਂ ਖਰਬੋਂ ਵਾਲਾ ਵੀ ਦੁਖੀ ਹੈ। ਉਸਦੇ ਆਪਣੇ ਦੁੱਖ ਨੇ, ਗਰੀਬ ਦੇ ਆਪਣੇ ਦੁੱਖ ਨੇ। ਇਹ ਤੁਸੀਂ ਜ਼ਿੰਦਗੀ ਨਿਰਣਾ ਕਰਕੇ ਵੇਖਣਾ, ਇਹਨੂੰ ਅਭਿਆਸ ਕਰਨਾ। ਕਦੀ ਬੈਠ ਕੇ, ਕਦੀ ਬੈਠਿਆ ਕਰੋ, ਆਪਣੇ ਨਾਲ ਗੱਲਾਂ ਕਰਿਆ ਕਰੋ, ਸੰਸਾਰ ਨੂੰ ਦੇਖਿਆ ਕਰੋ, ਤੱਕਿਆ ਕਰੋ ਵੀ ਸੰਸਾਰ ਦੇ ਵਿੱਚ ਜੋ ਅਸੀਂ ਸੋਚਦੇ ਹਾਂ, ਪਰ ਉਸ ਲੈਵਲ 'ਤੇ ਜਾ ਕੇ ਜਿਨ੍ਹਾਂ ਕੋਲ ਇਤਨਾ ਪੈਸਾ ਹੈ ਜਿਤਨਾ ਅਸੀਂ ਸੋਚ ਰਹੇ ਹਾਂ, ਕਿ ਉਹਨਾਂ ਦੇ ਘਰ ਵਿੱਚ ਕੋਈ ਲੜਾਈ ਨਹੀਂ ਹੈ,
ਕੋਈ ਝਗੜਾ ਨਹੀਂ ਹੈ, ਕੋਈ ਕਲੇਸ਼ ਨਹੀਂ ਹੈ, ਉਹ ਸਾਰੇ ਸੁਖੀ ਹੋ ਗਏ ਹਨ। ਤੇ ਧਿਆਨ ਨਾਲ ਤੱਕੋਗੇ ਤੇ ਉੱਥੇ ਵੀ ਕਲੇਸ਼ ਹੈ, ਉੱਥੇ ਵੀ ਝਗੜਾ ਹੈ, ਉੱਥੇ ਵੀ ਦੁੱਖ ਹੈ, ਉੱਥੇ ਵੀ ਸਬਰ ਨਹੀਂ ਹੈ, ਉੱਥੇ ਵੀ ਦੁੱਖ ਹੈ। ਇਸ ਕਰਕੇ ਸੁੱਖ ਦਾ ਤਰੀਕਾ ਹੀ ਇਹ ਹੈ ਕਿ ਇਸ ਮਾਇਆ ਦਾ ਦਬਾਅ ਆਪਣੇ ਮਨ ਤੋਂ ਹਟਾ ਦਈਏ। ਗੁਰੂ ਸਾਹਿਬ ਕਹਿੰਦੇ ਮੇਰੇ ਉੱਤੇ ਇਹ ਮਾਇਆ ਦਾ ਦਬਾਅ ਖਤਮ ਹੋ ਗਿਆ, ਮੈਂ ਬਹੁਤ ਸੁਖੀ ਹੋ ਗਿਆ। ਤੇ ਪਹਿਰੋ ਨਹੀਂ ਦਗਲੀ ਲਗੈ ਨਾ ਪਾਲਾ। ਆਖਣ ਲੱਗੇ ਦਗਲੀ ਦਾ ਅਰਥ ਹੁੰਦਾ ਕੁੜਤੀ, ਇਹਨੂੰ ਕਹਿੰਦੇ ਸਰੀਰ। ਉਹ ਇਸਦਾ ਅਰਥ ਹੈ ਕਿ ਮੇਰਾ ਮਾਇਆ ਦਾ ਮੋਹ ਮਿਟ ਗਿਆ ਹੈ ਤੇ ਹੁਣ ਲਗੈ ਨਾ ਪਾਲਾ, ਪਾਓ ਕਿ ਹੁਣ ਇਹ ਪ੍ਰਭਾਵ ਹਟ ਗਿਆ ਮੇਰੇ ਜੀਵਨ ਵਿੱਚੋਂ ਤੇ ਮੈਂ ਹੁਣ ਮੁੜ ਜਨਮ ਵਿੱਚ ਨਹੀਂ ਆਵਾਂਗਾ। ਮੇਰਾ ਜੀਵਨ ਦੇ ਵਿੱਚੋਂ ਹੁਣ ਕੋਈ ਦੁੱਖ ਨਹੀਂ ਰਿਹਾ, ਕਿਉਂਕਿ ਹੁਣ ਮਾਇਆ ਦਾ ਮੋਹ, ਇਹਨੂੰ ਕਹਿੰਦੇ ਨੇ ਦੇਹ ਅਧਿਆਸ ਨੂੰ ਛੱਡ ਦੇਣਾ। ਦੇਹ ਦੇ ਨਾਲ ਜੁੜਿਆ ਹੋਇਆ ਜਿਹੜਾ ਸੁੱਖ ਹੈ, ਫਿਰ ਜਾ ਕੇ ਕਿਤੇ ਜੀਵਨ ਵਿੱਚ ਅਸੀਂ ਪ੍ਰਸੰਨ ਹੋਵਾਂਗੇ, ਕਿਉਂਕਿ ਮੋਹ ਮਿਟਦੇ ਹੀ ਸਾਰ ਸੁੱਖ ਹੈ। ਜਦ ਤੱਕ ਮੋਹ ਹੈ, ਮੇਰਾ ਮੇਰਾ ਹੈ, ਦੁਖੀ ਹਾਂ। ਮੇਰਾ ਅੱਖਰ ਬੰਦੇ ਨੂੰ ਬੜਾ ਦੁਖੀ ਕਰਦਾ ਹੈ, ਕਿਉਂਕਿ ਮੇਰੇ ਦੀ ਜੋ ਹੋਂਦ ਬੰਦੇ ਨੇ ਬਣਾਈ ਹੈ, ਤੇ ਉਸਦੇ ਖਿਲਾਫ ਇੱਕ ਵੀ ਅੱਖਰ ਸੁਣਦਾ ਹੈ ਬਸ ਕਲਪ ਜਾਂਦਾ ਹੈ, ਦੁਖੀ ਹੋ ਜਾਂਦਾ ਹੈ। ਮੈਂ ਜਿੱਦਾਂ ਚਾਹੁੰਦਾ ਉੱਦਾਂ ਹੀ ਹੋਣਾ ਚਾਹੀਦਾ, ਇਹ ਬੰਦੇ ਨੂੰ ਦੁਖੀ ਕਰਦਾ ਹੈ। ਇਸ ਕਰਕੇ ਗੁਰੂ ਸਾਹਿਬ ਕਹਿੰਦੇ ਹੁਣ ਮੇਰੇ ਅੰਦਰੋਂ ਇਹ ਮਾਇਆ ਦਾ ਮੋਹ ਵੀ ਦੂਰ ਹੋ ਗਿਆ। ਫਿਰ ਕਹਿਣ ਲੱਗੇ ਬਾਪ ਦਿਲਾਸਾ ਮੇਰੋ ਕੀਨਾ, ਕਹਿੰਦੇ ਮੇਰੇ ਪ੍ਰਭੂ ਪਿਤਾ ਨੇ ਮੈਨੂੰ ਧਰਵਾਸ ਦਿੱਤਾ, ਧੀਰਜ ਦਿੱਤਾ, ਦਿਲਾਸਾ ਦਿੱਤਾ, ਆਪਣਾ ਆਸਰਾ ਦਿੱਤਾ ਪ੍ਰਭੂ ਪਿਤਾ ਨੇ। ਮੇਰੋ ਕੀਨਾ ਪਾਓ ਕਿ ਮੈਨੂੰ ਇਹ ਦਿਲਾਸਾ ਦਿੱਤਾ, ਮੈਨੂੰ ਇਹ ਆਸਰਾ ਦਿੱਤਾ। ਸੇਜ ਸੁਖਾਲੀ ਮੁਖ ਅੰਮ੍ਰਿਤ ਦੀਨਾ, ਕਹਿੰਦੇ ਨਾਮ ਜਪਣ ਲਈ ਮੇਰੇ ਮੁਖ ਵਿੱਚ ਆਤਮਿਕ ਜੀਵਨ ਦੇਣ ਵਾਲਾ ਨਾਮ ਪਾ ਦਿੱਤਾ ਮੇਰੇ ਪ੍ਰਭੂ ਨੇ, ਮੇਰੇ ਮਾਲਕ ਨੇ। ਤੇ ਹੁਣ ਕੀ ਹੋਇਆ? ਸੇਜ ਸੁਖਾਲੀ ਕਹਿਣ ਲੱਗੇ ਸਤਿਗੁਰੂ ਹੁਣ ਇਹ ਜਿਹੜੀ ਹਿਰਦਾ ਰੂਪੀ ਸੇਜਾ ਸੀ ਨਾ, ਇਹ ਸੁਖਾਲੀ ਹੋ ਗਈ, ਸੁਖੀ ਹੋ ਗਈ। ਨਹੀਂ ਤਾਂ ਹਿਰਦਾ ਹਰ ਵੇਲੇ ਕਲਪਦਾ ਹੀ ਰਹਿੰਦਾ ਸੀ, ਹਰ ਵੇਲੇ ਦੁਖੀ ਰਹਿੰਦਾ ਸੀ। ਹੁਣ ਸੁੱਖ ਹੈ ਅੰਦਰ, ਸਬਰ ਦੀ ਪ੍ਰਾਪਤੀ ਹੋ ਗਈ। ਕਿਉਂ? ਕਿਉਂਕਿ ਨਾਮ ਜਪਣ ਵਾਸਤੇ ਮੇਰੇ ਮੁਖ ਵਿੱਚ ਗੁਰੂ ਨੇ ਆਤਮਿਕ ਜੀਵਨ ਦੇਣ ਵਾਲਾ ਨਾਮ ਜਿਹੜਾ ਸੀ ਉਹ ਪਾ ਦਿੱਤਾ। ਜਦੋਂ ਮੁਖ ਵਿੱਚ ਨਾਮ ਚੱਲਣ ਲੱਗ ਪਵੇ ਨਾ, ਵਾਹਿਗੁਰੂ ਜੀ ਦੀ ਯਾਦ ਚੱਲਣ ਲੱਗ ਪਵੇ, ਤਾਂ ਸੱਚ ਜਾਣਨਾ ਫਿਰ ਜਪਦਿਆਂ ਜਪਦਿਆਂ ਸੰਸਾਰ ਦੀਆਂ ਇਹ ਵਾਸਨਾਵਾਂ ਆਪਣੇ ਆਪ ਹੀ ਕੱਟੀਆਂ ਜਾਂਦੀਆਂ। ਨਾਮ ਜਪਣ ਨੂੰ ਦਾਸ ਇੱਦਾਂ ਸਮਝਦਾ ਹੈ ਜਿਵੇਂ ਕੋਈ ਮਨੁੱਖ ਸੰਸਾਰੀ ਤੌਰ ਤੋਂ ਮੰਜ਼ਿਲ ਤੈਅ ਕਰਦਾ ਹੈ। ਮੰਨ ਲਓ ਤੁਸੀਂ 10 ਮੀਲ ਇੱਥੋਂ ਜਾਣਾ, ਮੰਨ ਲਓ ਇੱਥੋਂ ਪਟਿਆਲੇ ਜਾਣਾ, ਤੇ ਹੁਣ ਪਟਿਆਲੇ ਜਾਣਾ ਤੇ ਕਹਿ ਦਿੱਤਾ ਕਿਸੇ ਨੇ 300 ਮੀਲ ਹੈ, ਪੱਥਰ ਲੱਗੇ ਨੇ। ਬੰਦਾ ਤੁਰ ਪਿਆ, ਜਿਵੇਂ ਜਿਵੇਂ ਤੁਰਦਾ ਹੈ ਤੇ ਮੀਲ ਪੱਥਰਾਂ ਦੇ ਉੱਤੇ ਲਿਖੀ ਹੋਈ ਗਿਣਤੀ ਘਟਦੀ ਚਲੀ ਜਾਂਦੀ ਹੈ। ਤੇ ਜਦੋਂ ਉੱਥੇ ਪਹੁੰਚਦਾ ਉੱਥੇ ਲਿਖਿਆ ਹੁੰਦਾ 0। ਬੰਦਾ ਕਹਿੰਦਾ ਹੁਣ ਮੈਂ ਜਿੱਥੇ ਪਹੁੰਚਣਾ ਸੀ ਆਪਣੀ ਮੰਜ਼ਿਲ ਤੇ ਪਹੁੰਚ ਗਿਆ। ਇਸ ਤਰ੍ਹਾਂ ਜਦੋਂ ਕੋਈ ਭਗਤੀ ਕਰਦਾ ਹੈ ਤਾਂ ਉਹ ਆਪਣੇ ਜਮਾਂ ਦੀ ਫਾਈ ਕੱਟ ਲੈਂਦਾ ਹੈ। ਜਿਵੇਂ ਜਿਵੇਂ ਕੋਈ ਜਪਦਾ ਹੈ, ਕਿਉਂਕਿ ਭਗਤ ਨਾਮਦੇਵ ਜੀ ਆਖਦੇ ਨੇ, ਕਹਿੰਦੇ ਮਨ ਮੇਰੋ ਗੱਜ ਜਿਹਵਾ ਮੇਰੀ ਕਾਤੀ, ਮਪ ਮਪ ਕਾਟੋਂ ਜਮ ਕੀ ਫਾਸੀ। ਕਹਾਂ ਕਰੋ ਜਾਤੀ ਕਹਾਂ ਕਰੋ ਪਾਤੀ, ਰਾਮ ਕੋ ਨਾਮ ਜਪੋ ਦਿਨ ਰਾਤੀ, ਰਾਂਗਣ ਰਾਂਗੋ ਸੀਵਨ ਸੀਵੋ, ਰਾਮ ਨਾਮ ਬਿਨ ਕਰੀ ਨਾ ਜੀਵੋ। ਉਹਦੇ ਨਾਮ ਤੋਂ ਬਿਨਾਂ ਇੱਕ ਘੜੀ ਹੁਣ ਮੈਂ ਜੀ ਨਹੀਂ ਸਕਦਾ, ਕਿਉਂਕਿ ਮੇਰੇ ਗੁਰੂ ਨੇ ਨਾਮ ਦੇ ਦਿੱਤਾ ਤੇ ਨਾਮ ਮਿਲਿਆ ਤੇ ਇਹ ਹਿਰਦਾ ਰੂਪੀ ਜਿਹੜੀ ਸੇਜਾ ਸੀ ਨਾ, ਇਹ ਹੁਣ ਸੁਖੀ ਹੋ ਗਈ। ਫਿਰ ਕਹਿਣ ਲੱਗੇ ਤਿਸ ਬਾਪ ਕੋ ਕਿਉਂ ਮਨੋ ਵਿਸਾਰੀ, ਉਸ ਬਾਪ ਨੂੰ ਅਕਾਲ ਪੁਰਖ ਵਾਹਿਗੁਰੂ ਨੂੰ ਮਨ ਤੋਂ ਮੈਂ ਕਿਉਂ ਵਿਸਾਰ ਦੇਵਾਂ। ਆਓ ਕਿ
ਕਿਉਂ ਵਿਸਾਰਾਂ, ਕਿਉਂ ਭੁਲਾਵਾਂ ਉਸ ਬਾਪ ਨੂੰ ਜਿਸ ਨੇ ਮੈਨੂੰ ਮੁਖ ਦੇ ਵਿੱਚ ਨਾਮ ਅੰਮ੍ਰਿਤ ਪਾ ਦਿੱਤਾ, ਮੇਰੀ ਸੇਜਾਂ ਨੂੰ ਸੁਖਾਲਾ ਕਰ ਦਿੱਤਾ, ਮੈਨੂੰ ਦਿਲਾਸਾ ਦੇ ਦਿੱਤਾ। ਦੇਖੋ, ਜਦੋਂ ਕੋਈ ਸੰਸਾਰੀ ਤੌਰ ਤੋਂ ਵੇਖਦੇ ਹਾਂ, ਲੋਕ ਦਿਲਾਸਾ ਹੀ ਦਿੰਦੇ ਨੇ ਨਾ। ਕੋਈ ਘਟਨਾ ਵਾਪਰ ਜਾਏ, ਘਰ ਦੇ ਵਿੱਚ ਕੋਈ ਡੈਥ ਹੋ ਜਾਏ, ਸਾਰੇ ਆ ਕੇ ਦਿਲਾਸਾ ਹੀ ਦਿੰਦੇ ਆ, ਕਹਿੰਦੇ ਸਬਰ ਕਰਨਾ ਚਾਹੀਦਾ, ਭਾਣੇ 'ਚ ਰਹਿਣਾ ਚਾਹੀਦਾ, ਉਹਦੀ ਰਜਾ ਵਿੱਚ ਰਹੀਏ, ਇਹੀ ਕਹਿੰਦੇ ਨਾ ਸਾਰੇ। ਕਦੀ ਦਿਲਾਸਾ ਦਿੱਤਾ ਸੀ ਭਾਈ ਜੇਠਾ ਜੀ ਨੂੰ ਬਾਬਾ ਅਮਰਦਾਸ ਜੀ ਨੇ, ਜਦੋਂ ਉਹ ਵਾਸਰ ਕੇ ਨਾਨੀ ਕੋਲ ਆਏ ਸਨ, ਨਾਲੀ ਦੇ ਨਾਲ ਸਾਰੇ ਨਗਰ ਦੇ ਲੋਕ ਆਏ, ਜਿੱਥੇ ਉਹਨਾਂ ਨੇ ਦਿਲਾਸਾ ਦਿੱਤਾ। ਪਰ ਗੁਰੂ ਅਮਰਦਾਸ ਮਹਾਰਾਜ ਦਾ ਦਿਲਾਸਾ ਬੜਾ ਪਿਆਰਾ ਸੀ। ਸਿਰ 'ਤੇ ਹੱਥ ਫੇਰਦੇ ਨੇ, 7 ਸਾਲ ਦਾ ਬੱਚਾ ਸਿਰ ਦੇ ਉੱਤੇ ਹੱਥ ਫੇਰ ਰਹੇ ਨੇ, ਔਰ ਆਖ ਰਹੇ ਨੇ, ਪੁੱਤਰ ਕੋਈ ਨਹੀਂ, ਇਹ ਰੱਬ ਦਾ ਭਾਣਾ ਹੈ, ਪਰ ਤੇਰਾ ਲਾਹੌਰ ਅਸੀਂ ਇੱਥੇ ਹੀ ਬਣਾ ਦਿਆਂਗੇ। ਇੱਕ ਵਾਰੀ ਉਚਾਰਨ ਕਰੋ, ਸਤਿਨਾਮ। ਪਾਓ ਕਿ ਜੋ ਘਰ ਦਾ ਮਾਹੌਲ ਸੀ ਲਾਹੌਰ ਦਾ, ਉਹ ਇੱਥੇ ਹੀ ਦੇ ਦਿਆਂਗੇ ਤੈਨੂੰ ਪਿਓ ਚਾਹੀਦਾ। ਬਾਬਾ ਅਮਰਦਾਸ ਆਪ ਪਿਓ ਬਣ ਕੇ ਪਰਵਰਿਸ਼ ਕਰਦੇ ਆ। ਪਰਵਰਿਸ਼ ਐਸੀ ਕੀਤੀ, ਸੱਚ ਜਾਣਨਾ ਕਿ ਭਾਈ ਜੇਠਾ ਆਪਣੇ ਸੇਵਕ ਨੂੰ ਆਪਣਾ ਜਮਾਈ ਬਣਾਇਆ। ਜਮਾਈ ਨਹੀਂ, ਸਿਰ ਗੁਰਗੱਦੀ ਦਾ ਤਾਜ ਸਿਰ 'ਤੇ ਰੱਖ ਕੇ ਰਾਮਦਾਸ ਬਣਾ ਕੇ ਪ੍ਰਗਟ ਕੀਤਾ। ਇਹਨੂੰ ਕਹਿੰਦੇ ਨੇ ਦਿਲਾਸਾ ਦੇਣਾ, ਪਰਵਾਸਾ ਦੇਣਾ। ਉਹ ਦਿਲਾਸਾ ਹੀ ਸੀ ਕਿ ਭਾਈ ਜੇਠਾ ਰਾਮਦਾਸ ਮਹਾਰਾਜ ਬਣ ਕੇ ਪ੍ਰਗਟ ਹੋਏ। ਜਿਹੜੇ ਲੋਕ ਕਹਿੰਦੇ ਸਨ ਕਿ ਇਹ ਅਨਾਥ ਹੈ, ਇਹ ਗਰੀਬ ਹੈ, ਜਦੋਂ ਉਹਨਾਂ ਦੀ ਗਾਥਾ ਪੜ੍ਹੀਏ ਨਾ, ਅੱਖਾਂ ਦੇ ਵਿੱਚੋਂ ਅਥਰੂ ਆ ਜਾਂਦੇ ਨੇ ਕਿ ਜਿਸ ਨਾਲ ਲਾਹੌਰ ਤੋਂ ਤੁਰੇ ਸਨ। ਇੱਕ ਝੋਲਾ ਸੀ ਉਹਨਾਂ ਕੋਲ, 1-2 ਕੱਪੜੇ ਸੀ ਤਨ 'ਤੇ ਪਾਉਣ ਦੇ, ਉਹ ਪਾਏ ਅਤੇ ਜੋ ਉੱਥੋਂ ਤੁਰੇ ਸਨ। ਲੋਕ ਕਹਿੰਦੇ ਸਨ ਪਾਉਣ ਵਾਸਤੇ ਇਹਦੇ ਕੋਲ ਕੱਪੜੇ ਨਹੀਂ ਹਨ, ਰਹੇਗਾ ਕਿੱਥੇ? ਲੋਕ ਗੱਲਾਂ ਕਰਦੇ ਸਨ, ਕੀ ਖਾਏਗਾ, ਪਾਏਗਾ ਕੀ, ਕੌਣ ਇਸ ਦੀ ਪਰਵਰਿਸ਼ ਕਰੇਗਾ? ਜਦੋਂ ਲਾਹੌਰ ਤੋਂ ਤੁਰਦੇ ਨੇ ਨਾ, ਤਾਂ ਉਸ ਵੇਲੇ ਗੱਲਾਂ ਚੱਲ ਰਹੀਆਂ ਨੇ ਲਾਹੌਰ ਦੀਆਂ ਗਲੀਆਂ ਦੇ ਅੰਦਰ, ਖਾਏਗਾ ਕੀ, ਪਾਏਗਾ ਕੀ, 2 ਜੋੜੀ ਕੱਪੜੇ ਨੇ, ਰਹੇਗਾ ਕਿੱਥੇ? ਤੇ ਹੈਰਾਨੀ ਹੁੰਦੀ ਹੈ ਕਿ ਗੁਰੂ ਨੇ ਐਸਾ ਦਿਲਾਸਾ ਦਿੱਤਾ, ਗੁਰੂ ਨੇ ਐਸੀ ਕਿਰਪਾ ਕੀਤੀ। ਅੱਜ ਉਸ ਰਾਮਦਾਸ ਮਹਾਰਾਜ ਦੇ ਘਰ ਨਿਤ ਨਵਾਂ ਚੰਦੋਆ ਸਾਹਿਬ ਪੂਰਾ ਸੈੱਟ ਚੜ੍ਹਦਾ ਹੈ। 1-2 ਰੁਪਏ ਦੇ, ਲੱਖਾਂ ਰੁਪਏ ਦੇ, ਕਰੋੜਾਂ ਰੁਪਏ ਦੇ ਹੀਰੇ ਨਾਲ ਜੜੇ ਹੋਏ ਸੈੱਟ ਲੱਗਦੇ ਨੇ। ਅੱਜ ਉਸ ਦੇ ਘਰ ਕਹਿੰਦੇ, ਲੋਕ ਕਹਿੰਦੇ ਖਾਏਗਾ ਕੀ? 24 ਘੰਟੇ ਰਸੋਈ ਚੱਲਦੀ ਹੈ। ਲੋਕ ਕਹਿੰਦੇ ਸੀ ਰਹੇਗਾ ਕਿੱਥੇ? ਅੱਜ ਦੁਨੀਆ ਆ ਕੇ ਉੱਥੇ ਟਿਕਦੀ ਹੈ। ਇਹ ਸੱਚੇ ਪਾਤਸ਼ਾਹ, ਜੋ ਆਨੰਦ ਤੇਰੇ ਘਰ ਦੇ ਵਿੱਚ ਹੈ ਉਹ ਦੁਨੀਆ 'ਚ ਕਿਤੇ ਵੀ ਨਹੀਂ ਹੈ। ਲੋਕ ਅਰਦਾਸਾਂ ਕਰਦੇ, ਲੋਕ ਅਰਜ਼ੋਈਆਂ ਕਰਦੇ, ਪਰ ਉਸ ਦਿਨਾਂ ਲੋਕ ਕੀ ਕਹਿੰਦੇ ਸੀ? ਦਿਲਾਸਾ ਦਿੱਤਾ ਸੀ ਬਾਬਾ ਅਮਰਦਾਸ ਜੀ ਨੇ। ਸਤਿਗੁਰੂ ਕਹਿੰਦੇ ਕਬੀਰ ਸਾਹਿਬ ਕਿ ਮੇਰੇ ਗੁਰੂ ਨੇ ਦਿਲਾਸਾ ਦੇ ਦਿੱਤਾ, ਮੇਰੇ ਪ੍ਰਭੂ ਬਾਪ ਨੇ। ਕਹਿੰਦੇ ਨੇ ਉਸ ਬਾਪ ਨੂੰ ਮੈਂ ਮਨੋਂ ਕਿਉਂ ਭੁਲਾ ਦੇਵਾਂ, ਜਿਨਨੇ ਮੇਰੇ ਉੱਤੇ ਇਤਨਾ ਪਰਉਪਕਾਰ ਕੀਤਾ। ਫਿਰ ਕਹਿੰਦੇ ਆਗੇ ਗਿਆ ਨਾ ਬਾਜੀ ਹਾਰੀ, ਕਿਉਂਕਿ ਇੱਥੇ ਮੈਂ ਆਪਣੇ ਜੀਵਨ ਨੂੰ ਸੁਰਖਰੂ ਕਰ ਲਿਆ ਹੈ, ਉਹਨੂੰ ਚੇਤੇ ਕਰਦਾ ਹਾਂ ਅਤੇ ਅੱਗੇ ਜਾਵਾਂਗਾ ਤਾਂ ਵੀ ਇਹ ਜੀਵਨ ਦੀ ਬਾਜੀ ਨਹੀਂ ਹਾਰਾਂਗਾ। ਪਾਓ ਕਿ ਪਰਲੋਕ ਵਿੱਚ ਵੀ ਮੈਂ ਨਹੀਂ ਹਾਰਾਂਗਾ, ਉੱਥੇ ਵੀ ਮੈਂ ਜਿੱਤ ਕੇ ਹੀ ਜਾਵਾਂਗਾ, ਕਿਉਂਕਿ ਮੇਰੇ ਬਾਪ ਨੇ, ਅਕਾਲ ਪੁਰਖ ਵਾਹਿਗੁਰੂ ਨੇ ਕਿਰਪਾ ਕੀਤੀ। ਫਿਰ ਕਹਿਣ ਲੱਗੇ ਅਗਲੇ ਵਚਨ ਨੇ, ਕਹਿੰਦੇ ਬਲ ਤਿਸ ਬਾਪੈ ਜਿਨਹੁ ਜਾਇਆ। ਕਹਿੰਦੇ ਉਸ ਅਕਾਲ ਪੁਰਖ ਵਾਹਿਗੁਰੂ ਪਿਤਾ ਨੂੰ ਮੈਂ ਕੁਰਬਾਨ ਜਾਨਾ, ਸਦਕੇ ਜਾਨਾ, ਜਿਸ ਅਕਾਲ ਪੁਰਖ ਪਿਓ ਨੇ ਮੈਨੂੰ ਜਾਇਆ, ਮੈਨੂੰ ਇਹ ਜਨਮ ਦਿੱਤਾ। ਇੱਕ ਵਾਰੀ ਉਚਾਰਨ ਕਰੋ, ਸਤਿਨਾਮ। ਇਹ ਗੱਲ ਯਾਦ ਰੱਖਣਾ, ਇੱਕ ਜਨਮ ਹੋਇਆ ਮਾਤਾ ਪਿਤਾ ਤੋਂ, ਅਕਾਲ ਪੁਰਖ ਵਾਹਿਗੁਰੂ ਟੁੱਟਦਾ ਹੈ, ਇੱਕ ਜਨਮ ਹੁੰਦਾ ਹੈ ਗੁਰੂ ਦੇ ਘਰ ਦੇ ਵਿੱਚ। ਇੱਕ ਜਨਮ ਹੋਇਆ ਸੰਸਾਰੀ ਤੌਰ ਤੋਂ, ਇੱਕ ਜਨਮ ਹੁੰਦਾ ਗੁਰੂ ਦੇ ਘਰ ਵਿੱਚ। ਜਦੋਂ ਜਨਮ ਕੋਈ ਬੱਚਾ ਲੈਂਦਾ, ਲੋਕ ਕਹਿੰਦੇ ਤੇਰੇ ਘਰ ਸੁੱਤ ਆਇਆ, ਸੁੱਤਾ ਆਈ ਹੈ, ਪੁੱਤਰੀ ਜਾਂ ਪੁੱਤਰ ਆਇਆ। ਪਰ ਜਦੋਂ ਸਤਿਗੁਰ ਦੇ ਘਰ ਜਨਮ ਹੁੰਦਾ ਤੇ ਮਾਰ ਕਹਿੰਦੇ ਸਤਿਗੁਰ ਕੈ ਜਨਮੈ ਗਵਨ ਮਿਟਾਇਆ। ਸਤਿਗੁਰ ਦੇ ਘਰ ਜਿਹੜਾ ਜਨਮ ਲੈਂਦਾ ਉਹਦਾ ਆਵਾਗਮਨ ਮਿਟ ਜਾਂਦਾ ਹੈ। ਇੱਥੇ ਕੋਈ ਜਨਮ ਲੈ ਕੇ ਵੇਖੇ, ਇੱਥੇ ਨਵਾਂ ਜੀਵਨ ਮਿਲਦਾ ਹੈ, ਇੱਥੇ ਰੂਹਾਨੀ ਜੀਵਨ ਮਿਲਦਾ ਹੈ। ਕਹਿੰਦੇ ਮੈਂ ਆਪਣੇ ਉਸ ਬਾਪ ਤੋਂ ਕੁਰਬਾਨ ਹਾਂ, ਉਸ ਬਾਪ ਤੋਂ ਸਦਕੇ ਹਾਂ। ਬਲ ਤਿਸ ਬਾਪੈ ਜਿਨਹੁ ਜਾਇਆ, ਜਿਸ ਨੇ ਮੈਨੂੰ ਨਵਾਂ ਜਨਮ ਦਿੱਤਾ।
ਆਓ ਕਿ ਮੈਂ ਸਾਧਾਰਨ ਸੀ, ਮੇਰੇ ਜੀਵਨ ਵਿੱਚ ਸੁੰਦਰ ਤਬਦੀਲੀ ਕਰ ਦਿੱਤੀ। ਪ੍ਰਭੂ ਦੀ ਮਿਹਰ ਨਾਲ ਇਹ ਤਬਦੀਲੀ ਹੋ ਗਈ, ਉਹ ਨਵਾਂ ਜਨਮ ਮੈਨੂੰ ਪ੍ਰਾਪਤ ਹੋ ਗਿਆ। ਉਹ ਨਵਾਂ ਜਨਮ ਕੀ ਸੀ? ਕਹਿਣ ਲੱਗੇ ਪੰਚਾਂ ਤੇ ਮੇਰਾ ਸੰਗ ਚੁਕਾਇਆ। ਜਿਹੜੇ 5 ਵਿਕਾਰ ਸਨ ਨਾ, ਇਹਨਾਂ ਦੇ ਨਾਲੋਂ ਮੇਰਾ ਸਾਥ ਤੋੜ ਦਿੱਤਾ। ਇਹੀ ਮੇਰਾ ਨਵਾਂ ਜਨਮ ਹੈ। ਸਾਡਾ ਨਵਾਂ ਜਨਮ ਕੀ ਹੈ? ਇਹਨਾਂ ਪੰਚਾਂ ਦੇ ਨਾਲੋਂ ਸਾਡਾ ਸੰਗ ਟੁੱਟ ਜਾਣਾ, ਇਹੀ ਸਾਡਾ ਨਵਾਂ ਜੀਵਨ ਹੈ। ਪੰਚਾਂ ਤੇ ਮੇਰਾ ਸੰਗ ਚੁਕਾਇਆ। ਇਸ ਕਰਕੇ ਗੁਰਬਾਣੀ ਪਤਾ ਕੀ ਕਹਿੰਦੀ ਹੈ? 5 ਮਨਾਏ 5 ਰੁਸਾਏ। ਆਪਾਂ ਇਹ ਗੱਲਾਂ ਆਖਰ ਸੰਸਾਰ 'ਚ ਵਿਚਰਦੇ ਹਾਂ, ਘਰ ਵਿੱਚ ਰਿਸ਼ਤੇਦਾਰਾਂ ਨੂੰ, ਦੋਸਤਾਂ ਮਿੱਤਰਾਂ ਨੂੰ ਕਹਿੰਦੇ ਮੈਂ ਤੇਰੇ ਨਾਲੋਂ ਰੁੱਸ ਗਿਆ, ਮੈਂ ਨਹੀਂ ਬੋਲਦਾ ਤੇਰੇ ਨਾਲ। ਜੇ ਰੁੱਸਣਾ ਹੈ ਤੇ ਕਾਮ ਨਾਲੋਂ ਰੁੱਸੋ, ਜੇ ਰੁੱਸਣਾ ਕ੍ਰੋਧ ਨਾਲੋਂ ਰੁੱਸੋ, ਜੇ ਰੁੱਸਣਾ ਤੇ ਆਪਣੇ ਲੋਭ ਮੋਹ ਅਹੰਕਾਰ ਨਾਲੋਂ ਰੁੱਸੋ। ਉਹਨਾਂ ਨੂੰ ਤੇ ਸਾਹਮਣੇ ਬੈਠੇ, ਮੈਂ ਤੇਰੇ ਨਾਲ ਨਹੀਂ ਬੋਲਦਾ। ਭਰਾ ਨਾਲ ਭਰਾ ਰੁੱਸਿਆ ਬੈਠਾ ਹੈ, ਮਾਤਾ ਨਾਲੋਂ ਪੁੱਤਰ ਰੁੱਸਿਆ ਬੈਠਾ ਹੈ, ਪੁੱਤਰ ਨਾਲੋਂ ਮਾਂ ਰੁੱਸੀ ਬੈਠੀ ਹੈ। ਇਹ ਰੁੱਸਣਾ, ਗੁਰੂ ਸਾਹਿਬ ਕਹਿੰਦੇ ਇਹ ਰੁੱਸਣਾ ਨਹੀਂ, ਰੁੱਸਣਾ ਤੇ ਆਪਣੇ 5 ਵਿਕਾਰਾਂ ਦੇ ਨਾਲ ਰੁੱਸ। ਅਸੀਂ ਉਹਨਾਂ ਨਾਲ ਨਹੀਂ ਰੁੱਸਦੇ, ਆਪਣੇ ਬੁਰਾਈਆਂ ਨਾਲ ਨਹੀਂ ਰੁੱਸਦੇ ਵੀ ਇਹ ਬੁਰਾਈ ਅੱਜ ਤੋਂ ਬਾਅਦ ਨਹੀਂ ਕਰਨੀ। ਉਸਨੂੰ ਤੇ ਅਸੀਂ ਸਾਂਭ ਕੇ ਰੱਖਦੇ ਹਾਂ, ਕਿਉਂਕਿ ਸਾਡੀ ਮਰਜ਼ੀ ਦੇ ਅਨੁਸਾਰ ਚੱਲ ਰਿਹਾ ਸਾਰਾ ਕੁਝ। ਅਸੀਂ ਕਹਿੰਦੇ ਹਾਂ, ਪਰ ਜਦੋਂ ਕਹਿੰਦੇ ਪੰਚਾਂ ਤੇ ਮੇਰਾ ਸੰਗ ਚੁਕਾਇਆ, ਮੇਰਾ ਸਾਥ ਤੋੜ ਦਿੱਤਾ ਪੰਚਾਂ ਨਾਲੋਂ। ਪੰਚ ਮਾਰ ਪਾਵਾ ਤਲ ਦੀਨੇ, ਕਹਿੰਦੇ ਪੰਚਾਂ ਨੂੰ ਮਾਰ ਕੇ ਮੈਂ ਪਾਵਾ ਤਲ ਦੀਨੇ, ਆਪਣੇ ਪੈਰਾਂ ਦੇ ਥੱਲੇ ਇਹਨਾਂ ਪੰਚਾਂ ਨੂੰ ਦੱਬ ਲਿਆ। ਆਓ ਕਿ ਪੈਰ ਰੱਖ ਕੇ ਇਹਨਾਂ ਦੇ ਉੱਤੇ ਬਹਿ ਗਿਆ, ਪੰਜਾਂ ਦੇ ਉੱਤੇ। ਦੇਖੋ 2 ਤਰੀਕੇ ਨੇ ਜ਼ਿੰਦਗੀ ਜੀਣ ਦੇ। ਇੱਕ ਤਰੀਕਾ ਹੈ ਜਿਤਨੀਆਂ ਚਿੰਤਾਵਾਂ ਝੋਰੇ ਵਿਕਾਰ ਨੇ ਇਹਨਾਂ ਨੂੰ ਪੰਡ ਬਣਾ ਕੇ ਸਿਰ 'ਤੇ ਰੱਖ ਲਓ, ਜਾਂ ਦੂਜਾ ਤਰੀਕਾ ਹੈ ਇਹਨਾਂ ਸਾਰੀਆਂ ਚਿੰਤਾਵਾਂ ਦੇ ਉੱਤੇ, ਝੋਰਿਆਂ ਦੇ ਉੱਤੇ, ਇਹਨਾਂ ਵਿਕਾਰਾਂ ਦੇ ਉੱਤੇ ਆਪ ਇਸ ਪਣ ਦੇ ਉੱਤੇ ਬਹਿ ਜਾਓ। ਮੈਂ ਬੇਨਤੀ ਕਰਾਂ, ਪਣ ਦੇ ਉੱਤੇ ਬੈਠੋਗੇ ਸੁਖਾਲੇ ਹੋ ਜਾਓਗੇ, ਪੰਡ ਨੂੰ ਸਿਰ 'ਤੇ ਚੁੱਕ ਕੇ ਤੁਰੋਗੇ, ਕਦੀ ਸੁਖੀ ਨਹੀਂ ਹੋ ਸਕਦੇ। ਲੋਕਾਂ ਨੇ ਇਹ ਪੰਡਾਂ ਚੁੱਕੀਆਂ ਹੋਈਆਂ। ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਇਹ ਪੰਡਾਂ ਚੁੱਕ ਕੇ ਰੱਖੀਆਂ ਸਿਰਾਂ 'ਤੇ ਆਪਣੇ। ਐਵੇਂ ਨਹੀਂ ਗੁਰੂ ਸਾਹਿਬ ਨੇ ਕਿਹਾ, ਕਹਿੰਦੇ ਦੇਖ ਆਪਣੇ ਜੀਵਨ ਨੂੰ ਵਿਕਾਰ ਪਾਥਰ ਗਲੇ ਬੰਨ੍ਹਿਓ। ਵਿਕਾਰ ਦੇ ਪੱਥਰ ਗਲੇ ਨੂੰ ਬੰਨੇ ਹੋਏ ਨੇ। ਨਿੰਦ ਪੋੜ ਸਰਾਏ, ਨਿੰਦਾ ਦੀ ਪੰਡ ਸਿਰ 'ਤੇ ਰੱਖੀ ਹੋਈ ਹੈ। ਐਵੇਂ ਨਹੀਂ, ਗੁਰਬਾਣੀ ਨੇ ਇੱਕ ਅੱਖਰ ਦੀ ਵਿਆਖਿਆ ਕੀਤੀ, ਸਿੱਖਾ ਤੂੰ ਵਿਕਾਰਾਂ ਦੀ ਪੰਡ, ਵਿਕਾਰਾਂ ਦੇ ਪੱਥਰ ਆਪਣੇ ਗਲੇ ਵਿੱਚ ਪਾਏ ਨੇ, ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦੇ। ਨਿੰਦਾ ਦੀ ਪੰਡ ਆਪਣੇ ਸਿਰ 'ਤੇ ਰੱਖੀ ਹੋਈ ਹੈ। ਤੇ ਮਹਾਰਾਜ ਕਹਿੰਦੇ ਮਹਾ ਸਾਗਰ ਸਮੁੰਦ ਲੰਘਣਾ, ਪਾਰ ਨਾ ਪਰਨਾ ਪਾਏ। ਇਸ ਸੰਸਾਰ ਨੂੰ ਤੇ ਲੰਘਣਾ ਉਂਝ ਹੀ ਔਖਾ ਹੈ, ਪਰ ਤੂੰ ਗਲੇ 'ਚ ਪੱਥਰ ਵੀ ਬੰਨੇ ਨੇ ਤੇ ਪੰਡ ਵੀ ਰੱਖੀ ਹੋਈ ਹੈ। ਤੇਰਾ ਤਾਂ ਮੁਸ਼ਕਿਲ ਹੈ, ਤੇਰਾ ਪਾਰ ਹੋਣਾ ਤਾਂ ਔਖਾ ਹੈ। ਪਾਰ ਹੋਣਾ ਕੀ ਹੈ? ਆਪਣੀ ਸੁਰਤ ਨੂੰ ਇਸੇ ਵਿੱਚੋਂ ਬਚਾਉਣਾ। 2 ਹੀ ਤਰੀਕੇ ਨੇ, ਜਾਂ ਤਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਥੱਲੇ ਦੱਬ ਕੇ ਬਹਿ ਜਾਈਏ,